ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਧੰਨਵਾਦ ਕਰਦੇ ਹਾਂ ਜੋ ਤੁਸੀਂ ਰੋਜ਼ ਦੇ ਦਿਨ ਦੇ ਵਿੱਚ ਸਾਡੀ ਚਿੰਤਾ ਕਰਕੇ ਸਾਨੂੰ ਆਪਣਾ ਜੀਵਨ ਆਪਣੇ ਪੁੱਤਰ ਵਿੱਚ ਨਿਤ ਪ੍ਰਤੀ ਦਿਨ ਆਪਣੀ ਮਹਿਮਾ ਦੇ ਲਈ ਦਰਸਾਉਂਦੇ ਹੋ ਕਿ ਅਸੀਂ ਉਸ ਵਿੱਚ ਹੋ ਕੇ ਤੇਰੇ ਗਵਾਹ ਬਣ ਕੇ ਤੇਰੀ ਮਹਿਮਾ ਕਰਦੇ ਹੋਏ ਤੇਰੇ ਰਾਜ ਵਿੱਚ ਬਣੇ ਜਾਈਏ। ਅਜਿਹਾ ਹੋਣ ਦੇ ਲਈ ਆਪ ਮਦਦ ਕਰਦੇ ਹੋ, ਉਸ ਦੇ ਲਈ ਧੰਨਵਾਦ। ਅੱਜ ਦੇ ਵਚਨ ਦੇ ਰਾਹੀਂ ਵੀ ਆਪਣੇ ਵਚਨ ਦਾ ਉਦੇਸ਼ ਸਾਡੇ ਵਿੱਚ ਪ੍ਰਗਟ ਕਰੋ, ਜਿਸ ਦੇ ਨਾਲ ਤੇਰੇ ਨਾਮ ਦੀ ਮਹਿਮਾ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਲਿਆ ਹੈ ਯੋਹੰਨਾ ਦੀ ਅੰਜੀਲ, ਉਸ ਦਾ 16 ਅਧਿਆਏ 17 ਤੋਂ ਲੈ ਕੇ 24 ਤੱਕ। ਇੱਥੇ ਲਿਖਿਆ ਹੈ, ਉਪਰੰਤ ਉਹਦੇ ਲਈ ਕਈ ਚੇਲੇ ਆਪੋ ਵਿੱਚ ਹੀ ਕਹਿਣ ਲੱਗੇ, ਇਹ ਕੀ ਹੈ ਜੋ ਸਾਨੂੰ ਆਖਦਾ ਹੈ, ਭਾਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫਿਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ, ਔਰ ਇਹ ਜੋ ਮੈਂ ਪਿਤਾ ਕੋਲ ਜਾਣਾ ਹਾਂ। ਫਿਰ ਉਹਨਾਂ ਆਖਿਆ, ਇਹ ਥੋੜਾ ਚਿਰ ਜੋ ਕਹਿੰਦਾ ਹੈ ਕੀ ਹੈ, ਅਸੀਂ ਨਹੀਂ ਜਾਣਦੇ। ਭਾਈ ਉਹ ਕੀ ਆਖਦਾ ਹੈ? ਯਿਸੂ ਨੇ ਇਹ ਮਾਲੂਮ ਕੀਤਾ ਕਿ ਉਹ ਮੈਥੋਂ ਪੁੱਛਿਆ ਚਾਹੁੰਦੇ ਹਨ ਕਿ ਉਹ ਉਹਨਾਂ ਨੂੰ ਆਖਿਆ ਕਿ ਤੁਸੀਂ ਆਪੋ ਵਿੱਚ ਉਹਦੀ ਪੁੱਛਗਿੱਛ ਕਰਦੇ ਹੋ। ਜੋ ਮੈਂ ਆਖਿਆ, ਭਾਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ, ਔਰ ਫਿਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਭਾਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ, ਪਰ ਜਗਤ ਆਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਆਨੰਦ ਨਾਲ ਬਦਲ ਜਾਵੇਗੀ। ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਹ ਉਦਾਸ ਹੁੰਦੀ ਹੈ, ਇਸ ਕਾਰਨ ਜੋ ਉਹਦੀ ਪੀੜਾ ਦੀ ਘੜੀ ਆ ਪਹੁੰਚੀ ਹੈ। ਪਰ ਜਾਂ ਬਾਲਕ ਜਣ ਚੁੱਕਦੀ ਹੈ ਤਾਂ ਐਸ ਖੁਸ਼ੀ ਦੀ ਮਾਰੀ ਜੋ ਇੱਕ ਮਨੁੱਖ ਜਗਤ ਵਿੱਚ ਜੰਮਿਆ, ਉਹ ਉਸ ਪੀੜਾ ਨੂੰ ਫੇਰ ਚੇਤੇ ਨਹੀਂ ਕਰਦੀ। ਸੋ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫੇਰ ਵੇਖਾਂਗਾ ਅਤੇ ਤੁਹਾਡਾ ਦਿਲ ਆਨੰਦ ਹੋਵੇਗਾ, ਔਰ ਤੁਹਾਡਾ ਆਨੰਦ ਤੁਹਾਥੋਂ ਕੋਈ ਨਹੀਂ ਖੋਵੇਗਾ। ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਪੁੱਛੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗਦੇ ਤਾਂ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ। ਅਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ। ਮੰਗੋ ਤਾਂ ਤੁਸੀਂ ਲਓਗੇ, ਭਈ ਤੁਹਾਡਾ ਆਨੰਦ ਪੂਰਾ ਹੋਵੇ। ਇਸ ਦਾ ਜੋ ਮੈਂ ਵਿਸ਼ਾ ਹੈ ਉਹ ਲਿਆ ਹੈ, ਉਦੇਸ਼ ਪੂਰਨ ਪੀੜਾ। ਮੈਂ ਇੱਕ ਜਗ੍ਹਾ ਦੇ ਉੱਤੇ ਬੈਠਾ ਹੋਇਆ ਸਾਂ ਅਤੇ ਮੈਂ ਆਪਣੇ ਸਾਥੀ ਮਿੱਤਰਾਂ ਨੂੰ ਪੁੱਛਿਆ ਕਿ ਜੀਵਨ ਵਿੱਚ ਉਹਨਾਂ ਦਾ ਸਭ ਤੋਂ ਪੀੜਾਦਾਇਕ ਅਨੁਭਵ ਕੀ ਸੀ। ਉਹਨਾਂ ਵਿੱਚੋਂ ਕਈਆਂ ਨੇ ਉੱਤਰ ਯੁੱਧ ਦਾ ਦਿੱਤਾ, ਕਈਆਂ ਨੇ ਵਿਆਹ ਦੇ ਸੰਬੰਧ ਵਿਛੇਦ ਦਾ ਦਿੱਤਾ, ਅਤੇ ਕਈਆਂ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਏ ਉਹਨਾਂ ਦਾ ਦਿੱਤਾ, ਅਤੇ ਕਿਸੇ ਨੇ ਆਪਣੇ ਪਿਆਰੇ ਦੀ ਮੌਤ ਦਾ ਉੱਤਰ ਸੰਮਿਲਿਤ ਕਰਕੇ ਦਿੱਤਾ। ਪਰ ਜਦੋਂ ਉਸ ਜਗ੍ਹਾ ਦੇ ਉੱਤੇ ਮੈਂ ਆਪਣੀ ਪਤਨੀ ਦੇ ਕੋਲ ਸਾਂ ਤਾਂ ਉਸਨੇ ਇੱਕ ਉੱਤਰ ਮੈਨੂੰ ਦਿੱਤਾ ਕਿ ਮੇਰਾ ਉੱਤਰ ਇਹ ਹੈ ਕਿ ਸਾਡੇ ਪਹਿਲੇ ਬੱਚੇ ਦਾ ਜਨਮ ਉਸ ਹਸਪਤਾਲ ਦੇ ਵਿੱਚ ਲੰਬਾ ਅਤੇ ਕਠਿਨ ਪੀੜਾਦਾਇਕ ਉਹ ਸਮਾਂ ਸੀ। ਪਰ ਮੁੜ ਕੇ ਦੇਖਣ ਉੱਤੇ ਉਸਨੇ ਕਿਹਾ, ਮੈਂ ਉਸ ਸਮੇਂ ਨੂੰ ਜਦੋਂ ਜਾਣ ਚੁੱਕੀ, ਮੈਂ ਆਨੰਦ ਮਾਣਦੀ ਹਾਂ। ਉਸ ਪੀੜਾ ਦੇ ਪਿੱਛੇ ਇੱਕ ਉਦੇਸ਼ ਹੈ ਸੀ। ਔਰ ਇਹੋ ਗੱਲ ਮੈਂ ਇੱਥੇ ਪ੍ਰਭੂ ਯਿਸੂ ਮਸੀਹ ਜੀ
ਜਦੋਂ ਆਪਣੇ ਚੇਲਿਆਂ ਅਤੇ ਯਹੂਦੀਆਂ ਦੇ ਨਾਲ ਕਰ ਰਹੇ ਆ ਤਾਂ ਉਹ ਆਪਣੀ ਉਸ ਪੀੜਾ ਦਾ ਉਦੇਸ਼ ਕੀ ਹੈ ਉਸ ਨੂੰ ਉਹਨਾਂ ਨੂੰ ਦੱਸਣ ਜਾ ਰਹੇ ਅਤੇ ਦੱਸ ਰਹੇ ਆ, ਪਰ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ। ਪ੍ਰਭੂ ਯਿਸੂ ਮਸੀਹ ਕਰੂਸ ਤੋਂ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਕਿ ਜਲਦ ਹੀ ਇਹ ਪੀੜਾ ਅਤੇ ਦੁੱਖ ਸਹਿਣਗੇ, ਕਿਉਂਕਿ ਉਹ ਸਮਾਂ ਨੇੜੇ ਆ ਚੁੱਕਾ ਸੀ। ਅਤੇ ਪ੍ਰਭੂ ਨੇ ਆਪਣੇ ਅਨੁਭਵ ਦੀ ਤੁਲਨਾ ਉਸਨੇ ਉਸ ਔਰਤ ਦੇ ਨਾਲ ਕੀਤੀ ਜੋ ਬੱਚਾ ਜਣਦੀ ਹੈ। ਜਨਮ ਤੋਂ ਪਹਿਲਾਂ ਉਸ ਨੂੰ ਜੋ ਪੀੜਾ ਲੱਗਦੀਆਂ ਉਸ ਦੇ ਨਾਲ ਕੀਤੀ ਹੈ। ਇਹ ਗੱਲ ਅਸੀਂ 16 ਦਾ 20-21 ਦੇ ਵਿੱਚ ਪੜ੍ਹਦੇ ਹਾਂ। ਪਰ ਉਸੇ ਤਰ੍ਹਾਂ ਉਹ ਕਹਿੰਦਾ ਤੁਹਾਨੂੰ ਸੋਗ ਵੀ ਹੋਵੇਗਾ, ਦੁੱਖ ਵੀ ਹੋਵੇਗਾ, ਪਰ ਤੁਹਾਡਾ ਦੁੱਖ ਆਨੰਦ ਵਿੱਚ ਬਦਲ ਜਾਏਗਾ। ਉਹ ਕਦੋਂ? ਜਦੋਂ ਤੁਸੀਂ ਉਹਨੂੰ ਮੁਰਦਿਆਂ ਵਿੱਚੋਂ ਜੀ ਉੱਠਿਆ ਹੋਇਆ ਵੇਖੋਗੇ। ਪਿਆਰੇ ਅਜ਼ੀਜ਼, ਇੱਥੇ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਦਾ ਇੱਕ ਉਦੇਸ਼ ਮੇਰੇ ਅਤੇ ਆਪ ਦੇ ਜੀਵਨ ਦੇ ਲਈ ਸੀ। ਉਹ ਜੀਵਨ ਜਿਹੜਾ ਸੀ ਉਹ ਇਸ ਚੀਜ਼ ਦਾ ਸੀ ਕਿ ਸਾਡੇ ਉੱਤੇ ਪਾਪ ਬਹੁਤ ਸੀ ਔਰ ਇਸ ਪਾਪ ਦਾ ਜੋ ਸਾਡੇ ਉੱਤੇ ਨਿਆਂ ਸੀ ਉਹ ਮੌਤ ਦਾ ਸੀ, ਅਤੇ ਪਰਮੇਸ਼ਰ ਸਾਨੂੰ ਮੌਤ ਦੇ ਵਿੱਚ ਰਹਿਣ ਨਹੀਂ ਦੇਣਾ ਚਾਹੁੰਦਾ ਸੀ, ਉਸ ਤੋਂ ਕੱਢਣਾ ਚਾਹੁੰਦਾ ਸੀ। ਪਰ ਉਸ ਮੌਤ ਦਾ ਅੰਤ ਜਿਹੜਾ ਸੀ ਉਹ ਇੱਕ ਬਹੁਤ ਦਰਦਨਾਕ ਪੀੜਾ ਦੇ ਨਾਲ ਸੀ, ਬਹੁਤ ਦਰਦਨਾਕ ਪੀੜਾ ਦੇ ਨਾਲ ਸੀ। ਉਹ ਮਨੁੱਖ ਜਾਤੀ ਝੱਲ ਨਹੀਂ ਸੀ ਸਕਦੀ, ਉਹ ਮਨੁੱਖ ਜਾਤੀ ਸਹਿ ਨਹੀਂ ਸੀ ਸਕਦੀ, ਕਿਉਂਕਿ ਉਹਦੇ ਹੱਥਾਂ ਦੇ ਵਿੱਚ ਕਿੱਲ ਗੱਡੇ ਜਾਣੇ, ਉਹਦੇ ਸਿਰ ਤੇ ਕੰਡਿਆਂ ਦਾ ਤਾਜ ਗੁੱਝਿਆ ਜਾਣਾ, ਉਸ ਦੀ ਪਿੱਠ ਨੂੰ ਕੋੜਿਆਂ ਦੇ ਨਾਲ ਛਾਨੀ ਕੀਤਾ ਜਾਣਾ, ਉਹਨੂੰ ਘਸੁੰਨੇ ਮਾਰੇ ਜਾਣੇ, ਉਹਦੇ ਦਾੜੀ ਦਾ ਬਾਲ ਨੋਚਿਆ ਜਾਣਾ, ਉਹਦੇ ਪੈਰਾਂ ਵਿੱਚ ਕਿੱਲ ਠੋਕੇ ਜਾਣੇ ਅਤੇ ਉਹਦੇ ਛਾਤੀ ਦੇ ਵਿੱਚ ਨੇਜੇ ਨੂੰ ਮਾਰਿਆ ਜਾਣਾ। ਇੱਕ ਦਰਦਨਾਕ ਪੀੜਾ ਸੀ ਔਰ ਇਹ ਦਰਦਨਾਕ ਪੀੜਾ ਰੋਮੀ ਸ਼ਾਸਨ ਦੇ ਵਿੱਚ ਸੀ, ਅਤੇ ਇਹ ਜਿਹੜੀ ਪੀੜਾ ਸੀ ਇਸ ਦੇ ਵਿੱਚ ਜੋ ਵਿਅਕਤੀ ਨੂੰ ਸਜ਼ਾ ਦਿੱਤੀ ਜਾਂਦੀ ਸੀ ਉਸ ਦਾ ਇੱਕ ਇੱਕ ਲਹੂ ਦਾ ਕਤਰਾ ਉਸ ਦੇ ਵਿੱਚੋਂ ਲਾਇਆ ਜਾਂਦਾ ਸੀ। ਮੈਂ ਸਮਝਦਾ ਹਾਂ ਜਿਸ ਤਰ੍ਹਾਂ ਕਿਸੇ ਪਸ਼ੂ ਨੂੰ ਇਸਰਾਈਲੀ ਲੋਕ ਜਦੋਂ ਫਸਾ ਦੇ ਲਈ ਤਿਆਰ ਕਰਦੇ ਸੀ ਤਾਂ ਉਸ ਨੂੰ ਹਲਾਲ ਕੀਤਾ ਜਾਂਦਾ ਸੀ, ਮਤਲਬ ਕਿ ਉਸ ਦਾ ਸਾਰੀ ਬਾਡੀ ਦੇ ਵਿੱਚੋਂ ਲਹੂ ਕੱਢ ਦਿੱਤਾ ਜਾਂਦਾ ਸੀ, ਇੱਕ ਵੀ ਲਹੂ ਉਸ ਦੇ ਵਿੱਚ ਬੂੰਦ ਨਹੀਂ ਸੀ ਰਹਿਣ ਦਿੰਦੇ, ਕਿਉਂਕਿ ਇਸਰਾਈਲੀਆਂ ਨੂੰ ਇਹ ਹਦਾਇਤ ਦਿੱਤੀ ਗਈ ਸੀ ਜੇ ਤੁਸੀਂ ਲਹੂ ਦਾ ਮਾਸ ਖਾਧਾ ਤਾਂ ਉਹਦਾ ਦੰਡ ਤੁਹਾਡੇ ਉੱਤੇ ਹੋਵੇਗਾ। ਪਰ ਪ੍ਰਭੂ ਯਿਸੂ ਮਸੀਹ ਜੀ ਦਾ ਇੱਕ ਇੱਕ ਲਹੂ ਦਾ ਕਤਰਾ ਮੇਰੇ ਪਾਪ ਤੇ ਮਿਟਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਬਹਾਇਆ ਗਿਆ। ਉਹ ਸੀ ਦਰਦਨਾਕ ਪੀੜਾ, ਉਸ ਦਾ ਉਦੇਸ਼ ਸੀ ਪਾਪੀ ਮਨੁੱਖ ਨੂੰ ਬਚਾਏ ਜਾਣਾ। ਕਿੰਨਾ ਅਦਭੁਤ ਹੈ, ਕਿੰਨਾ ਮਹਿਮਾਯੋਗ ਹੈ ਕਿ ਪਰਮੇਸ਼ਰ ਨੇ ਉਸ ਉਦੇਸ਼ ਜਨਕ ਪੀੜਾ ਨੂੰ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਲੱਦ ਦਿੱਤਾ ਤਾਂ ਕਿ ਉਸ ਦੇ ਮੁਰਦਿਆਂ ਤੇ ਜੀ ਉੱਠਣ ਦੇ ਨਾਲ ਮੈਂ ਉਸ ਆਨੰਦ ਨੂੰ ਪ੍ਰਾਪਤ ਕਰਾਂ ਜਿਹੜਾ ਮੌਤ ਤੋਂ ਹਟ ਕੇ ਹੈ, ਮਤਲਬ ਕਿ ਸਦਾ ਦਾ ਜੀਵਨ, ਜਿਸ ਦੀ ਗੱਲ ਇੱਥੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਸੋ ਹੁਣ ਤੁਸੀਂ ਉਦਾਸ ਹੋ ਪਰ ਫਿਰ ਮੈਂ ਤੁਹਾਨੂੰ ਵੇਖਾਂਗਾ ਤੇ ਤੁਹਾਡਾ ਦਿਲ ਆਨੰਦ ਹੋਵੇਗਾ ਔਰ ਤੁਹਾਡਾ ਆਨੰਦ ਤੁਹਾਥੋਂ ਕੋਈ ਨਹੀਂ ਖੋ ਸਕਦਾ, ਕਿਉਂਕਿ ਉਹ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਆਪਣੇ ਪੁੱਤਰ ਦੀ ਕੁਰਬਾਨੀ ਦੇ ਰਾਹੀਂ ਮੈਨੂੰ ਮੁਫਤ ਵਿੱਚ ਦੇ ਰਿਹਾ ਹੈ। ਉਹ ਮੇਰੇ ਲਈ ਆਨੰਦ ਦੀ ਗੱਲ ਹੈ ਅਤੇ ਉਹ ਖੁਸ਼ੀ ਦੀ ਗੱਲ ਹੈ। ਇਸੇ ਕਰਕੇ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ
ਉਸ ਉਦੇਸ਼ ਪੂਰਨ ਪੀੜਾ ਨੂੰ ਆਪਣੇ ਪੁੱਤਰ ਉੱਤੇ ਲੱਦ ਕੇ ਮੈਨੂੰ ਆਨੰਦਦਾਇਕ ਜੀਵਨ ਭਾਵ ਅਨੰਤ ਜੀਵਨ ਸਦੀਪਕ ਜੀਵਨ ਮੇਰੇ ਜੀਵਨ ਵਿੱਚ ਦੇ ਰਿਹਾ ਸੀ ਕਿ ਜਿਸ ਤੋਂ ਮੈਂ ਉਸ ਜੀਵਨ ਨੂੰ ਪ੍ਰਾਪਤ ਕਰ ਪਰਮੇਸ਼ਰ ਦੀ ਮਹਿਮਾ ਕਰ ਸਕਾਂ। ਕਿੰਨਾ ਅਦਭੁਤ ਹੈ, ਕਿੰਨਾ ਮਹਿਮਾ ਯੋਗ ਹੈ। ਜੀਵਨ ਦੇ ਹਰ ਰਾਹ ਉੱਤੇ ਦੁੱਖ ਆਉਂਦੇ ਆ। ਯਿਸੂ ਮਸੀਹ ਉਸ ਆਨੰਦ ਦੇ ਲਈ ਜੋ ਅੱਗੇ ਧਰਿਆ ਸੀ ਉਸ ਨੇ ਕਰੂਸ ਦੇ ਦੁੱਖ ਨੂੰ ਮੇਰੇ ਲਈ ਸਹਿ ਲਿਆ। ਇਬਰਾਨੀਆਂ 12:2 ਦੇ ਵਿੱਚ ਅਸੀਂ ਉਸ ਨੂੰ ਪੜ੍ਹਦੇ ਹਾਂ। ਉਸ ਨੇ ਉਹ ਦੁੱਖ, ਕਰੂਸ ਦਾ ਦੁੱਖ ਮੇਰੇ ਲਈ ਸਹਿ ਲਿਆ ਅਤੇ ਸਾਰੇ ਜੋ ਆਪਣੇ ਦਿਲ ਉਸ ਦੇ ਸਾਹਮਣੇ ਖੋਲਦੇ ਹਨ ਉਹਨਾਂ ਨੂੰ ਮਾਫੀ ਦੇ ਨਾਲ ਛੁਟਕਾਰਾ ਦਿੰਦਾ ਹੈ। ਜਿਹੜੇ ਆਪਣੇ ਦਿਲਾਂ ਨੂੰ ਖੋਲ ਕੇ ਕਹਿੰਦੇ ਆ, ਪ੍ਰਭੂ ਯਿਸੂ ਮਸੀਹ, ਮੈਂ ਤੇਰੇ ਇਸ ਵਚਨ ਦੇ ਅਨੁਸਾਰ ਮੰਨਦਾ ਹਾਂ ਕਿ ਤੁਸੀਂ ਮੇਰੇ ਪਾਪੀ ਦੇ ਲਈ, ਮੇਰੇ ਪਾਪੀ ਦੇ ਪਾਪ ਦੇ ਜੀਵਨ ਨੂੰ ਬਚਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮੇਰਾ ਰਣ ਚੁਕਾ ਕੇ ਆਪ ਨੇ ਮੈਨੂੰ ਮੌਤ ਦੇ ਹੱਥੀ ਛੁਡਾ ਲਿਆ ਅਤੇ ਆਪਣਾ ਸਦੀਪਕ ਜਿਉਣ ਮੈਨੂੰ ਮੁਫਤ ਵਿੱਚ ਦੇ ਦਿੱਤਾ ਕਿ ਮੈਂ ਤੇਰੇ ਵਿੱਚ ਪਵਿੱਤਰ ਜੀਵਨ ਜੀ ਕੇ ਮੈਂ ਉਸ ਸਵਰਗ ਰਾਜ ਵਿੱਚ ਪਹੁੰਚਾਂ ਜਿਸ ਦੇ ਲਈ ਆਪ ਨੇ ਮੈਨੂੰ ਲਹੂ ਦੇ ਨਾਲ ਮੁੱਲ ਖਰੀਦਿਆ ਹੈ। ਕਿੰਨੀ ਮਹਿਮਾ ਯੋਗ ਗੱਲ ਹੈ। ਜਦੋਂ ਮੈਂ ਇਸ ਗੱਲ ਨੂੰ ਮੂੰਹ ਦੇ ਨਾਲ ਦਿਲ ਤੋਂ ਸਵੀਕਾਰ ਕਰਦਾ ਹਾਂ ਤਾਂ ਪਰਮੇਸ਼ਵਰ ਮੈਨੂੰ ਆਪਣਾ ਜੀਵਨ ਮੁਫਤ ਵਿੱਚ ਦਿੰਦਾ ਹੈ ਅਤੇ ਮੈਨੂੰ ਗਾਰਡਨ ਲਾ ਕੇ ਸਵਰਗ ਦੇ ਵਿੱਚ, ਸਵਰਗ ਰਾਜ ਦੇ ਵਿੱਚ ਮੈਨੂੰ ਸੰਮਿਲਿਤ ਕਰਦਾ ਹੈ। ਇਹ ਪੀੜਾ ਜਿਹੜੀ ਮੇਰੇ ਤੇ ਸੀ, ਉਹ ਉਦੇਸ਼ ਪੂਰਨ ਪੀੜਾ ਪਰਮੇਸ਼ਵਰ ਨੇ ਮੇਰੀ ਲਈ ਆਪਣੇ ਪੁੱਤਰ ਦੇ ਉੱਤੇ ਲੱਦ ਦਿੱਤੀ ਕਿ ਮੈਂ ਉਸ ਦੇ ਬਲੀਦਾਨ ਦੇ ਰਾਹੀਂ ਜੀਵਨ ਪ੍ਰਾਪਤ ਕਰਾਂ, ਜੀਵਨ ਪ੍ਰਾਪਤ ਕਰਾਂ। ਔਰ ਉਹ ਜੀਵਨ ਪਰਮੇਸ਼ਵਰ ਨੇ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਫਤ ਵਿੱਚ ਦੇ ਦਿੱਤਾ। ਅੱਜ ਜਿਹੜੇ ਸਵੀਕਾਰ ਕਰਦੇ ਨੇ ਉਹ ਆਪਣੇ ਪਾਪਾਂ ਤੋਂ ਬਚ ਕੇ ਸਦਾ ਦੇ ਜੀਵਨ ਦੇ ਭਾਗੀਦਾਰ ਹੋ ਜਾਂਦੇ ਨੇ ਅਤੇ ਉਹ ਪੀੜਾ ਜਿਹੜੀ ਯਿਸੂ ਮਸੀਹ ਨੇ ਉਹਨਾਂ ਲਈ ਚੱਲੀ, ਜਦੋਂ ਉਸ ਨੂੰ ਸਵੀਕਾਰ ਕਰ ਲੈਂਦੇ ਆ ਤਾਂ ਉਹ ਆਨੰਦਦਾਇਕ ਹੋ ਜਾਂਦੀ ਹੈ। ਉਹ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀ ਤੇ ਮਾਨੰਦ ਹੋ ਜਾਂਦੀ ਹੈ। ਮੁਕਤੀ ਦਾਤਾ ਯਿਸੂ ਮਸੀਹ ਦਾ ਆਨੰਦ ਉਸ ਪੀੜਾ ਤੋਂ ਕਿਤੇ ਜ਼ਿਆਦਾ ਹੈ ਸੀ। ਜਿਸ ਤਰ੍ਹਾਂ ਉਸਨੇ ਦਿੱਤਾ ਹੋਇਆ ਆਨੰਦ ਸਾਡੀ ਪੀੜਾ ਨੂੰ ਢੱਕ ਦਿੰਦਾ ਹੈ। ਉਸ ਦਾ ਦਿੱਤਾ ਹੋਇਆ ਆਨੰਦ ਸਾਡੇ ਸਾਰੇ ਦੁੱਖਾਂ ਨੂੰ ਢੱਕ ਦਿੰਦਾ। ਮਤਲਬ ਬਾਈਬਲ ਦੱਸਦੀ ਹੈ, ਅਫਸੀਆਂ ਦੀ ਪੁਸਤਕ ਕਹਿੰਦੀ ਹੈ ਕਿ ਪਰਮੇਸ਼ਰ ਦਾ ਪ੍ਰੇਮ ਸਾਡੇ ਸਾਰੇ ਪਾਪਾਂ ਨੂੰ ਢੱਕ ਲੈਂਦਾ ਹੈ। ਇਹ ਆਨੰਦ ਦੀ ਗੱਲ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਆਪਣੇ ਪੁੱਤਰ ਦੇ ਉੱਤੇ ਪੀੜਾ ਦੇ ਕੇ ਮੈਨੂੰ ਦਿੱਤੀ ਹੈ। ਮੈਂ ਉਸ ਦਾ ਧੰਨਵਾਦ ਕਰ ਸਕਦਾ ਹਾਂ। ਜੇ ਮੈਂ ਉਸ ਨੂੰ ਸਵੀਕਾਰ ਨਹੀਂ ਕੀਤਾ, ਸਵੀਕਾਰ ਕਰਕੇ ਆਨੰਦ ਦੇ ਨਾਲ ਮੈਂ ਉਸ ਦੇ ਰਾਜ ਵਿੱਚ ਸ਼ਾਮਿਲ ਹੋ ਸਕਦਾ ਹਾਂ। ਪੀੜਾ ਇੱਕ ਚੁੰਬਕ ਹੋ ਸਕਦੀ ਹੈ ਜੋ ਮਸੀਹਾਂ ਨੂੰ ਮਸੀਹ ਦੇ ਨੇੜੇ ਲੈ ਕੇ ਆਉਂਦੀ ਹੈ। ਪੀੜਾ ਇੱਕ ਚੁੰਬਕ ਹੋ ਸਕਦੀ ਹੈ, ਮਤਲਬ ਯਿਸੂ ਮਸੀਹ ਇੱਕ ਚੁੰਬਕ ਹੈ ਜਿਹੜਾ ਮਸੀਹਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਆਨੰਦ ਦਿੰਦਾ ਹੈ। ਇਸ ਲਈ ਮੇਰੇ ਪਿਆਰੇ ਅਸੀਸ, ਇਹ ਉਦੇਸ਼ ਪੂਰਨ ਪੀੜਾ ਮੈਨੂੰ ਆਨੰਦ ਦੇਣ ਦੇ ਲਈ ਸੀ। ਇਸ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਸ ਨੇ ਇਸ ਉਦੇਸ਼ ਪੂਰਨ ਪੀੜਾ ਦੇ ਨਾਲ ਮੈਨੂੰ ਆਪਣਾ ਚੋਖਾ ਜੀਵਨ ਦਿੱਤਾ ਅਤੇ ਸਵਰਗ ਰਾਜ ਦਾ ਮੈਨੂੰ ਅਧਿਕਾਰੀ ਬਣਾਇਆ ਕਿ ਮੈਂ ਉਸ ਵਿੱਚ ਹੋ ਕੇ ਉਸ ਦੇ ਨਾਲ ਸਦਾ ਸਦਾ ਦਾ ਰਾਜ ਕਰਾਂ।
ਪ੍ਰਭੂ ਇਹ ਆਪ ਨੂੰ ਪ੍ਰਾਪਤ ਕਰਨ ਦੇ ਲਈ ਮਦਦ ਕਰੇ। ਮੈਂ ਪ੍ਰਾਪਤ ਕਰ ਲਿਆ ਹੈ ਅਤੇ ਮੈਂ ਉਸ ਆਨੰਦ ਵਿੱਚ ਹਾਂ। ਤੁਸੀਂ ਵੀ ਉਸ ਆਨੰਦ ਨੂੰ ਆਪਣੇ ਜੀਵਨ ਵਿੱਚ ਸਵੀਕਾਰ ਕਰਕੇ ਪ੍ਰਾਪਤ ਕਰੋ। ਪ੍ਰਭੂ ਦੀ ਵਡਿਆਈ ਅਤੇ ਪ੍ਰਭੂ ਦੀ ਮਹਿਮਾ ਹੋਵੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।